ਤੁਸੀਂ ਆਪਣੀ ਸਕਰੀਨ ਉੱਪਰ ਹੁਸ਼ਿਆਰਪੁਰ ਦੇ ਡੇਰਾ ਬਾਬਾ ਚਰਨ ਸ਼ਾਹ ਦੀ ਝਿੜੀ ਦੇਖ ਰਹੇ ਹੋ। ਇਸ ਝਿੜੀ ਵਿੱਚ ਕਿਸੇ ਟਾਈਮ ਬਹੁਤ ਹੀ ਵੱਡਾ ਜੰਗਲ ਹੋਇਆ ਕਰਦਾ ਸੀ, ਜਿੱਥੇ ਹਰ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੇ ਬ੍ਰਿਕਸ਼ ਹੋਇਆ ਕਰਦੇ ਸੀ। ਇਹ ਸਥਾਨ ਬਹੁਤ ਹੀ ਪਵਿੱਤਰ ਸਥਾਨ ਹੈ। ਇਸ ਜੰਗਲਨੁਮਾ ਝਿੜੀ ਵਿੱਚ ਬਾਬਾ ਚਰਨ ਸ਼ਾਹ ਅਤੇ ਮਹੰਤ ਫੁੱਲਾ ਜੀ ਨੇ ਸਦੀਆਂ ਤੱਕ ਤਪ ਕੀਤਾ ਹੈ। ਉੱਥੇ ਡੇਰੇ ਨਾਲ ਜੁੜੇ ਬਹੁਤ ਸਾਰੇ ਸੰਤ ਮਹੰਤ ਇसी ਸਥਾਨ ਤੇ ਆ ਕੇ ਤਪ ਭਜਨ ਬੰਦਗੀ ਕਰਦੇ ਹਨ। ਇਸ ਝਿੜੀ ਵਿੱਚ ਸੰਤਾਂ ਮਹਾਤਮਾ ਦੀਆਂ ਸਮਾਧਾਂ ਵੀ ਬਣਾਈਆਂ ਗਈਆਂ ਹਨ। ਇਸ ਝਿੜੀ ਵਿੱਚ ਇੱਕ ਸਦੀਆਂ ਪੁਰਾਣਾ ਸਰੋਵਰ ਹੈ, ਜਿਸ ਵਿੱਚ ਨਹਾਣ ਨਾਲ ਹਰਿਦੁਆਰ ਦੀ ਹਰ ਕੀ ਪੌੜੀ ਤੇ ਨਹਾਣ ਜਿੰਨਾ ਫਲ ਪ੍ਰਾਪਤ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਝਿੜੀ ਵਿੱਚ ਤਕਰੀਬਨ 200 ਸਾਲ ਪਹਿਲਾਂ ਬਹੁਤ ਸਾਰੇ ਸੰਤ ਮਹਾਪੁਰਸ਼ ਇਕੱਠੇ ਹੋਏ ਸਨ। ਉਹਨਾਂ ਵਿੱਚੋਂ ਇੱਕ ਸੰਤਾਂ ਨੇ ਹਰਿਦੁਆਰ ਜਾ ਕੇ ਨਹਾਣ ਦੀ ਇੱਛਾ ਜਤਾਈ, ਪਰ ਸਵਾਸਥ ਠੀਕ ਨਾ ਹੋਣ ਕਾਰਨ ਉਹ ਹਰਿਦੁਆਰ ਨਹੀਂ ਜਾ ਸਕੇ, ਜਿਸ ਨੂੰ ਲੈ ਕੇ ਸੰਤਾਂ ਵਿੱਚ ਨਿਰਾਸ਼ਾ ਪੈਦਾ ਹੋ ਗਈ। ਜਦੋਂ ਇੱਕ ਹੋਰ ਮਹੰਤਾਂ ਨੇ ਨਿਰਾਸ਼ਾ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਹਰਿਦੁਆਰ ਨਹਾਣ ਦੀ ਇੱਛਾ ਦੱਸੀ, ਜਿਸ ਨੂੰ ਸੁਣ ਕੇ ਦੂਸਰੇ ਸੰਤਾਂ ਨੇ ਉਹਨਾਂ ਨੂੰ ਇਸ ਸਰੋਵਰ ਵਿੱਚ ਨਹਾਣ ਲਈ ਕਿਹਾ। ਜਦੋਂ ਨਿਰਾਸ਼ ਹੋਏ ਸੰਤਾਂ ਨੇ ਸਰੋਵਰ ਵਿੱਚ ਚੁੱਭੀ ਮਾਰੀ ਤਾਂ ਉਹਨਾਂ ਦੇ ਹੱਥ ਇੱਕ ਲੋਟਾ ਲੱਗਿਆ, ਜੋ ਉਹਨਾਂ ਦਾ ਹੀ ਸੀ, ਜੋ 10 ਸਾਲ ਪਹਿਲਾਂ ਹਰਿਦੁਆਰ ਨਹਾਉਂਦੇ ਸਮੇਂ ਗੰਗਾ ਵਿੱਚ ਬਹਿ ਗਿਆ ਸੀ। ਉਸ ਵਕਤ ਤੋਂ ਮਾਨਤਾ ਹੈ ਕਿ ਇਸ ਸਰੋਵਰ ਵਿੱਚ ਗੰਗਾ ਮਾਂ ਖੁਦ ਵਹਿੰਦੀ ਹੈ। ਇਸੇ ਲਈ ਜੋ ਲੋਕ ਹਰਿਦੁਆਰ ਨਹੀਂ ਜਾ ਸਕਦੇ, ਉਹ ਇੱਥੇ ਦੇ ਸਰੋਵਰ ਵਿੱਚ ਨਹਾ ਕੇ ਪੁੰਨ ਪ੍ਰਾਪਤ ਕਰਦੇ ਹਨ। ਹੁਣ ਡੇਰੇ ਦੇ ਮਹੰਤ ਰਵਿੰਦਰ ਨਾਥ ਜੀ ਵੱਲੋਂ ਇਸ ਸਰੋਵਰ ਨੂੰ ਨਵਾਂ ਰੂਪ ਦਿੱਤਾ ਗਿਆ ਹੈ, ਜਿਸ ਵਿੱਚ ਅੱਜ ਦੇਸ਼ ਦੇ ਵੱਖ-ਵੱਖ ਤੀਰਥਾਂ ਦਾ ਜਲ ਪਾਇਆ ਗਿਆ ਹੈ। ਅੱਜ ਵਿਸਾਖੀ ਦੇ ਦਿਹਾੜੇ ਤੇ ਇਸ ਸਰੋਵਰ ਵਿੱਚ ਬਹੁਤ ਸਾਰੀ ਜਨਤਾ ਨਹਾ ਕੇ ਪੁੰਨ ਪ੍ਰਾਪਤ ਕਰਦੀ ਹੈ। ਆਪ ਵੀ ਸਰੋਵਰ ਵਿੱਚ ਇਸ਼ਨਾਨ ਕਰ ਸਕਦੇ ਹੋ। ਇਸ ਜਗ੍ਹਾ ਦਾ ਬਹੁਤ ਹੀ ਸੁੰਦਰ ਵਾਤਾਵਰਣ ਹੈ। ਇੱਥੇ ਮੋਰਾਂ ਦੀਆਂ ਕੂਕਾਂ ਆਮ ਸੁਣਾਈ ਦਿੰਦੀਆਂ ਹਨ, ਜੋ ਵਾਤਾਵਰਣ ਨੂੰ ਹੋਰ ਵੀ ਸੁੰਦਰ ਬਣਾ ਦਿੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਬਹੁਤ ਹੀ ਅੱਜ ਖੁਸ਼ੀਆਂ ਭਰਾ ਸਮਾਂ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ ਸਾਹਿਬ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਦੇ ਤੋਂ ਵਰਸਾਏ ਹੋਏ ਸਤਿਕਾਰਯੋਗ ਸੱਚਖੰਡ ਵਾਸੀ ਮਹਾਨ ਤਪਸਵੀ ਪੂਰਨ ਮਹਾਂਪੁਰਸ਼ ਬਾਬਾ ਚਰਨ ਸ਼ਾਹ ਜੀ, ਜਿਨ੍ਹਾਂ ਨੇ ਇਸ ਧਰਤੀ ਤੇ ਬੈਠ ਕੇ ਮਹਾਨ ਘੋਰ ਤਪ ਕੀਤਾ। ਇੱਥੋਂ ਤੱਕ ਰਾਜੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਆਪ ਚੱਲ ਕੇ ਨੰਗੇ ਪੈਰੀ ਚੱਲਣੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ। ਇਸ ਸਥਾਨ ਤੇ ਸਤਿਗੁਰੂ ਜੀ ਬਚਨ ਕਰਦੇ ਹਨ, 860 ਤੀਰਥ ਜੈ ਸਾਧ ਪਗ ਧਰੈ, ਤੈਂ ਬਕੁੰਠ ਜੈ ਨਾਮ ਉਚਰੈ। 68 ਤੀਰਥ ਪਰਮਾਨੀਕ ਮੰਨੇ ਗਏ ਹਨ। 68 ਤੀਰਥਾਂ ਦੇ ਕੋਈ ਇਸ਼ਨਾਨ ਕਰ ਸਕਦਾ, ਕੋਈ 2 ਤੇ, ਕੋਈ 4 ਤੇ, ਕੋਈ 10 ਤੇ, ਕੋਈ ਬਿਰਲਾ 68 ਤੇ ਵੀ ਕਰ ਸਕਦਾ। ਪਰ ਸਤਿਗੁਰੂ ਜੀ ਕਹਿੰਦੇ ਹਨ, ਜੇ 68 ਤੀਰਥਾਂ ਦੇ ਇਸ਼ਨਾਨ ਨਾ ਵੀ ਕਰਨ ਜਾ ਹੋ ਸਕੇ ਕਿਸੇ ਕੋਲੋਂ, ਤਾਂ ਜਿੱਥੇ ਬੈਠ ਕੇ ਮਹਾਂਪੁਰਸ਼ ਵਾਹਿਗੁਰੂ ਜੀ ਦਾ ਸਿਮਰਨ ਕਰਦੇ, ਉਹ ਸਥਾਨ 68 ਤੀਰਥਾਂ ਦੇ ਬਰਾਬਰ ਉਹਦੀ ਮਹਾਨਤਾ ਹੋ ਜਾਂਦੀ। ਉੱਥੇ ਦੀ ਚਰਨ ਧੂੜ ਪਰਸਣ ਵਾਸਤੇ ਸੰਗਤਾਂ ਆਪਣੇ ਮਸਤਕ ਤੇ ਲਾਉਣ ਲਈ ਆਪਣੇ ਧਨ ਭਾਗ ਸਮਝਦੀਆਂ ਹਨ। ਹੁੰਦਾ ਕਿੱਦਾਂ ਜਿੱਥੇ ਬੈਠ ਕੇ ਸਿਮਰਨ ਕਰਦੇ ਨਾਮ ਦੀ ਬਰਕਤ ਨਾਲ। ਸੋ ਐਸੇ ਮਹਾਂਪੁਰਸ਼ਾਂ ਨੇ ਇਸ ਪਵਿੱਤਰ ਸਥਾਨ ਨੂੰ, ਜੋ ਅੱਜ ਸਰੋਵਰ ਨਵਾਂ ਸਰੋਵਰ ਸਤਿਕਾਰਯੋਗ ਪਰਮ ਪਵਿੱਤਰ ਆਤਮਾ ਸ਼੍ਰੀਮਾਨ ਧੰਨ ਬਾਬਾ ਰਵਿੰਦਰ ਦਾਸ ਜੀ ਮਹਾਂਪੁਰਸ਼, ਸ਼੍ਰੀਮਾਨ ਸਤਿਕਾਰਯੋਗ ਪਵਿੱਤਰ ਆਤਮਾ ਸੰਤ ਪਰਮਾਨੰਦ ਜੀ ਮਹਾਰਾਜ ਤੇ ਇਸ ਅਸਥਾਨ ਨੂੰ ਨਵੇਂ ਸਿਰਿਓਂ ਤਿਆਰ ਕਰਵਾਇਆ, ਜਿਸ ਅਸਥਾਨ ਨੂੰ ਮਹਾਂਪੁਰਸ਼ਾਂ ਨੇ ਆਪ ਬਾਬਾ ਜੀ ਬਾਬਾ ਚਰਨ ਸ਼ਾਹ ਜੀ ਨੇ ਮਾਰ ਦਿੱਤਾ ਸੀ। ਇਹ ਗੰਗਾ ਸਰੋਵਰ ਹੈ। ਜੇ ਕੋਈ ਗੰਗਾ ਤੇ ਜਾ ਕੇ ਗੰਗਾ ਜੀ ਤੇ ਜਾ ਕੇ ਇਸ਼ਨਾਨ ਨਾ ਕਰ ਸਕੇ, ਉਹ ਇੱਥੇ ਇਸ਼ਨਾਨ ਕਰ ਲਿਆ ਕਰੇ, ਉਹਦਾ ਗੰਗਾ ਜੀ ਦਾ ਇਸ਼ਨਾਨ ਪ੍ਰਵਾਨ ਹੋਵੇਗਾ। ਸੋ ਇਸ ਸਰੋਵਰ ਦਾ ਨਾਮ ਗੰਗਾ ਸਰੋਵਰ ਹੈ, ਜੋ ਮਹਾਂਪੁਰਸ਼ਾਂ ਨੇ ਨਵੇਂ ਸਿਰਿਓਂ ਤਾਮੀਰ ਕਰਵਾ ਕੇ ਸੰਗਤਾਂ ਤੇ ਮਹਾਨ ਪਰਉਪਕਾਰ ਕੀਤਾ। ਜਿਹੜੀਆਂ ਸੰਗਤਾਂ ਗੰਗਾ ਜੀ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ, ਉਹ ਇੱਥੇ ਇਸ਼ਨਾਨ ਕਰਕੇ ਉਹ ਮਹਾਤਮ ਪ੍ਰਾਪਤ ਕਰ ਲਿਆ ਕਰਨਗੀਆਂ।
ਸੋ ਇਸ ਖੁਸ਼ੀਆਂ ਭਰੇ ਸਮੇਂ ਤੇ ਦਾਸ ਵੱਲੋਂ ਮਿਸਰ ਸ਼ਹੀਦਾਂ ਤਰਨਨ ਦਲ ਹਰੀਆਂ ਬੇਲਾਂ ਜਥੇਬੰਦੀ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸਤਿਕਾਰਯੋਗ ਪਵਿੱਤਰ ਆਤਮਾ ਸ੍ਰੀ ਮਹੰਤ ਰਮਿੰਦਰ ਦਾਸ ਜੀ ਮਹਾਂਪੁਰਸ਼ਾਂ ਨੂੰ ਸਤਿਕਾਰਯੋਗ ਪਵਿੱਤਰ ਆਤਮਾ ਸੰਤ ਬਾਬਾ ਜੀ ਪਰਮਾਨੰਦ ਜੀ ਮਹਾਰਾਜ ਜੀ ਨੂੰ ਸਾਰੇ ਮਹਾਂਪੁਰਸ਼ਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ। ਨਾਮ ਜਪੋ, ਬਾਣੀ ਪੜੋ। ਵਿਸਾਖੀ ਤੇ ਸੰਦੇਸ਼ ਵੀ ਵਿਸਾਖੀ ਦਾ ਕੱਲ੍ਹ ਨੂੰ ਜੋੜ ਮੇਲਾ ਹੈ ਤੇ ਸੰਗਤਾਂ ਨੇ ਇਸ ਸਰੋਵਰ 'ਚ ਇਸ਼ਨਾਨ ਕਰ ਲਏ। ਇਸ਼ਨਾਨ ਕਰਕੇ ਗੰਗਾ ਜੀ ਦੇ ਸਰੋਵਰ ਦੇ ਗੰਗਾ ਜੀ ਦੇ ਇਸ਼ਨਾਨ ਦੇ ਫਲ ਪ੍ਰਾਪਤ ਕਰ ਲਏ। ਮਹਾਨ ਪਵਿੱਤਰ ਦਿਨ ਆ ਕੱਲ੍ਹ ਦਾ ਦਿਨ। ਤੇ ਆਪਣੀ ਜੀਵਨ ਜ਼ਿੰਦਗੀ 'ਚ ਇਹ ਸਮਾਂ ਕਿਤੇ ਕਿਤੇ ਆਉਂਦਾ ਜੀ, ਸਾਲ ਬਾਅਦ ਇੱਕ ਦਿਨ ਆਉਂਦਾ। ਕਿਸੇ ਨੂੰ ਪ੍ਰਾਪਤ ਹੁੰਦਾ, ਕਿਸੇ ਨੂੰ ਨਹੀਂ। ਸੋ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀ ਜੋੜ ਮੇਲੇ ਦੀ ਵੀ ਬਹੁਤ ਬਹੁਤ ਸਾਰੇ ਮਹਾਂਪੁਰਸ਼ਾਂ ਵੱਲੋਂ ਦਾਸ ਵੱਲੋਂ ਕਰੋੜ ਬਾਰੀ ਲੱਖ ਲੱਖ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਹੋਵੇ। ਤੇ 13 ਬਾਬੇ ਨਾਨਕ ਦੀਆਂ ਅੱਜ ਇਸ ਮਹਾਨ ਸਰੋਵਰ ਦਾ ਜੋ ਗੰਗਾ ਜੀ ਦਾ ਵਰਦਾਨ ਮਹਾਰਾਜ ਬਾਬਾ ਚਰਨ ਸ਼ਾਹ ਜੀ ਨੇ ਦਿੱਤਾ ਹੋਇਆ, ਉਸ ਨੂੰ ਅੱਜ ਦੁਬਾਰਾ ਨਵੀਕਰਨ ਕਰਨ ਵਾਸਤੇ ਸਾਡੇ ਪਰਮ ਸਤਿਕਾਰਯੋਗ ਪ੍ਰਾਤਾ ਸਿਮਰਨੀਏ ਮਹੰਤ ਸ੍ਰੀ ਰਵਿੰਦਰ ਦਾਸ ਜੀ ਨੇ ਸਾਰੇ ਹੀ ਸਹਿਯੋਗ ਦੇ ਨਾਲ ਇਸ ਪਵਿੱਤਰ ਸਰੋਵਰ ਨੂੰ ਨਵਾਂ ਬਣਾਇਆ ਹੈ, ਜਿਹਦਾ ਅੱਜ ਸਾਰੀਆਂ ਗੰਗਾ, ਜਮਨਾ, ਸਰਸਵਤੀ, ਬਾਠ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੋਂ ਜਲ ਲਿਆ ਕੇ ਸਾਰੇ ਤੀਰਥਾਂ ਦੇ ਵਿੱਚ ਪ੍ਰਵੇਸ਼ ਕੀਤਾ ਗਿਆ ਹੈ ਕਿ ਸਾਰੇ ਤੀਰਥਾਂ ਦਾ ਮਹੱਤਵ ਇੱਥੇ ਬੁਲਾਇਆ ਗਿਆ ਹੈ, ਜਿਹਦੇ ਵਿੱਚ ਪਰਮ ਸਤਿਕਾਰਯੋਗ ਪ੍ਰਾਤਾ ਸਿਮਰਨੀਏ ਸਾਡੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਸ਼ਹੀਦਾਂ ਮਿਸਲ ਜਿਹੜੇ ਇੱਥੇ ਆਏ ਹੋਏ ਹਨ, ਜਿਨ੍ਹਾਂ ਨੇ ਸ਼ੁਭ ਆਪਣੇ ਕਰ ਕਮਲਾਂ ਦੇ ਨਾਲ ਤੇ ਸਾਰੇ ਚੀਨੀ ਵਾਲੇ ਸੰਤ, ਹੋਰ ਸੰਤ ਮਹਾਤਮਾ ਸਾਰੇ ਆ ਕਰਕੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਸਾਰਿਆਂ ਨੇ ਆਪਣਿਆਂ ਹੱਥਾਂ ਦੇ ਵਿੱਚ ਇੱਕ ਇੱਕ ਉਹ ਗਾਗਰ ਫੜ ਕੇ ਸਾਰਿਆਂ ਨੇ ਜਲ ਪ੍ਰਵੇਸ਼ ਕੀਤਾ ਹੈ। ਅੱਜ ਦਾ ਬਹੁਤ ਵੱਡਾ ਮਹੱਤਵ ਹੈ। ਕੱਲ੍ਹ ਨੂੰ ਬਹੁਤ ਵੱਡਾ ਦਿਹਾੜਾ ਹੈ ਕਿ ਜੋ ਗੱਦੀ ਨਸ਼ੀਨ ਮਹੰਤ ਜੀ ਸਾਡੇ ਹਨ, ਉੱਥੇ ਗੱਦੀ 'ਤੇ ਸਿਰ ਦੀ ਟੋਪੀ ਪਾ ਕਰਕੇ ਬੈਠਦੇ ਹਨ। ਕੱਲ੍ਹ ਨੂੰ ਇੱਥੇ ਇਸ਼ਨਾਨ ਕਰਕੇ ਪਵਿੱਤਰ ਸਰੋਵਰ ਵਿੱਚ ਸਾਰਿਆਂ ਨੇ ਮਹੰਤ ਜੀ ਦੇ ਦਰਸ਼ਨ ਕਰਨੇ ਹਨ। ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਮਹੰਤ ਜੀ ਨੂੰ ਰੋਮ ਰੋਮ ਕਰਕੇ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਜਦੋਂ ਦੇ ਮਹੰਤ ਬਣੇ ਨੇ ਉਸ ਸਮੇਂ ਤੋਂ ਲੈ ਕਰਕੇ ਮੈਂ ਤਾਂ ਕਦੀ ਦੇਖਿਆ ਨਹੀਂ ਕਦੇ ਕੋਈ ਮਿਸਤਰੀ ਬੰਦ ਹੋਇਆ ਹੋਵੇ, ਕੋਈ ਨਾ ਕੋਈ ਕਾਰਜ ਵਿੱਚ ਚੱਲਦਾ ਹੀ ਰਹਿੰਦਾ ਹੈ। ਬਹੁਤ ਵੱਡਾ ਸਥਾਨ ਬਣਾ ਦਿੱਤਾ ਹੈ। ਬਹੁਤ ਲੋਕਾਂ ਨੂੰ ਇਤਨੀ ਇਹਨਾਂ ਨੇ ਸਹਿਯੋਗ ਦਿੱਤਾ ਹੈ, ਇਤਨੇ ਵੱਡੇ ਹਾਰ ਬਣਾਤੇ। ਕੋਈ ਵੀ ਕਿਸੇ ਵੀ ਸਮਾਗਮ ਹੋਏ, ਖੁਸ਼ੀ ਦਾ, ਗਮੀ ਦਾ, ਤੇ ਹੁਸ਼ਿਆਰਪੁਰ ਡੇਰਾ ਮਹੰਤਾਂ ਦੇ ਵਿੱਚ ਹੁੰਦਾ ਹੈ। ਬਹਾਦਰਪੁਰ ਬਹੁਤ ਵੱਡਾ ਸਥਾਨ ਬਣਾਤਾ, ਇਸ ਤਰ੍ਹਾਂ ਸਰੋਵਰ ਬਣਾਇਆ ਹੈ। ਮਹਾਰਾਜ ਦੇ ਸਾਰਿਆਂ ਦੀਆਂ ਇੱਥੇ ਸਮਾਧੀਆਂ ਹਨ। ਬਾਬਾ ਸ੍ਰੀ ਚੰਦ ਜੀ ਕਿਰਪਾ ਕਰਨ, ਬਾਬਾ ਸਰਨ ਸਾਹਿਬ ਜੀ ਕਿਰਪਾ ਕਰਨ, ਸਾਡੇ ਸਤਿਗੁਰੂ ਦੇਵ ਭਗਵਾਨ ਬਾਬਾ ਸੇਵਾਦਾਸ ਜੀ ਕਿਰਪਾ ਕਰਨ, ਮਹਾਨ ਜੀ ਤੇ ਰਹਿਮਤ ਕਰਨ। ਇਹਨਾਂ ਦੀ ਸਦਾ ਹੀ ਚੜ੍ਹਦੀ ਕਲਾ ਰੱਖੇ, ਦੁੱਖਾਂ ਦਾ ਨਾਸ਼, ਸੁੱਖਾਂ ਦੀ ਪ੍ਰਾਪਤੀ ਹੋਵੇ। ਸਾਰੇ ਮਹੰਤਾਂ ਸੰਤਾਂ ਨੂੰ, ਸਿੰਘ ਸਾਹਿਬ ਜੀਆਂ ਨੂੰ, ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਵਿਸਾਖੀ ਦੇ ਤਿਉਹਾਰ ਦੇ ਉੱਪਰ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਹੁਸ਼ਿਆਰਪੁਰ ਆਪਣੇ ਵੱਲੋਂ ਤੇ ਸਾਡੇ ਜਿੰਨੇ ਵੀ ਮਹਾਂਪੁਰਸ਼, ਅੱਜ ਬਹੁਤ ਹੀ ਇੱਕ ਖੁਸ਼ੀ ਦਾ ਮਾਹੌਲ ਹੈਗਾ ਕਿ ਜਿਹੜੇ ਬਹੁਤ ਹੀ ਚਿਰਾਂ ਤੋਂ ਜਿਹੜੀ ਮੈਨੂੰ ਇੱਕ ਆਸ ਸੀਗੀ ਭਈ ਸਰੋਵਰ ਦਾ, ਧੂਣਾ ਸਾਹਿਬ ਦਾ ਤੇ ਰਾਣੀ ਦੀ ਸਮਾਧ ਦਾ। ਰਾਣੀ ਦੀ ਸਮਾਧ ਦਾ ਤੇ 1 ਸਾਲ ਪਹਿਲਾਂ ਵੀ ਮੈਂ ਤੁਹਾਨੂੰ ਸਾਰੇ ਤੁਸੀਂ ਇੱਥੇ ਮੇਰੇ ਕੋਲ ਇੱਥੇ ਆਏ ਸੀਗੇ, ਪ੍ਰੈਸ ਰਿਪੋਰਟਰ ਵੀ ਜਿੰਨੇ ਸਾਰੇ, ਉਦੋਂ ਵੀ ਜਿਹੜੀ ਰਾਣੀ ਦੀ ਸਮਾਧ ਸੀ ਬੜੀ ਖੰਡਰਾਤ ਹੋ ਚੁੱਕੀ ਸੀਗੀ। ਉਹਦੇ ਵਿੱਚ ਆਪਾਂ ਸਾਰਿਆਂ ਨੇ ਉਦੋਂ ਵੀ ਉਦਘਾਟਨ ਕੀਤਾ, ਸਾਰੇ ਸੰਤ ਮਹਾਂਪੁਰਸ਼ ਆਏ ਔਰ ਸਾਰਿਆਂ ਨੇ ਕੀਤਾ ਵੀ ਖੰਡਰਾਤ ਜਿਹੜੀ ਚੀਜ਼ ਆ, ਇਹ ਮਹਾਰਾਜਾ ਕਪੂਰਥਲਾ ਦੀ ਰਾਣੀ ਦੀ ਸਮਾਧ ਹੈਗੀ ਆ, ਉਹਨੂੰ ਠੀਕ ਕਰਾਇਆ ਜਾਵੇ। ਤਾਂ ਬੜਾ ਜਦੋਜਹਿਦ ਕਰਕੇ ਖੰਡਰਾਤ ਰੂਪ ਜਿਹੜੀ ਹੋ ਗਈ ਸੀ, ਧਾਰਨ ਕਰ ਗਈ ਸੀਗੀ, ਉਹਨੂੰ ਠੀਕ ਕਰਨ ਵਾਸਤੇ ਬਹੁਤ ਹੀ ਕੋਸ਼ਿਸ਼ ਕੀਤੀ। ਬਾਵਜੂਦ ਆਪਣੇ ਪੂਰੀ ਦਿੱਖ ਦੇ ਵਿੱਚ ਆ ਗਈ। ਸ਼ਾਇਦ ਤੁਸੀਂ ਦੇਖਿਆ ਵੀ ਹੋਣਾ ਸਮਾਧ ਦਾ। ਉਹਦੇ ਨਾਲ ਹੀ ਬਹੁਤ ਹੀ ਪ੍ਰਾਚੀਨ ਧੂਣਾ ਜਿਹੜੇ ਬਾਬਾ ਚਰਨ ਸ਼ਾਹ ਜੀ ਮਹਾਰਾਜ ਇਸ ਡੇਰੇ ਦੇ ਸੰਸਥਾਪਕ ਰਹੇ। ਉਹ ਜਦੋਂ ਵੀ ਸਭ ਤੋਂ ਪਹਿਲਾਂ ਜਦੋਂ ਇੱਥੇ ਆਏ ਸੀਗੀ ਤੇ ਇੱਥੇ ਮਹਾਂਪੁਰਸ਼ਾਂ ਨੇ ਧੂਣਾ ਲਾਇਆ ਸੀ ਬਾਹਰ। ਧੂਣਾ ਵੀ ਜਿਹੜਾ ਬਾਗ ਥੜੇ ਟਾਈਪ ਸੀ, ਉਹਦੇ ਵਿੱਚ ਪੂਰੀ ਕੋਈ ਦਿੱਖ ਠੀਕ ਨਹੀਂ ਸੀ। ਉਹ ਵੀ ਸੰਤ ਸਮਾਜ ਨੇ, ਪਬਲਿਕ ਨੇ, ਸਾਰਿਆਂ ਨੇ ਡਿਮਾਂਡ ਇਹ ਕੀਤੀ ਕਿ ਜਿਹੜੇ ਇਸ ਅਸਥਾਨ ਦੇ ਸੰਸਥਾਪਕ ਹੀ ਨੇ, ਜੇ ਉਹਨਾਂ ਦਾ ਧੂਣਾ ਵੀ ਠੀਕ ਨਾ ਹੋਇਆ ਤੇ ਠੀਕ ਨੇ। ਉਹਨਾਂ ਦੀ ਸਾਰਿਆਂ ਦੀ ਬੇਨਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਸਾਰੇ ਸੰਤ ਸਮਾਜ ਦੇ ਨਾਲ ਇਕੱਠੇ ਹੋ ਕੇ ਬਾਬਾ ਜੀ ਦਾ ਧੂਣਾ ਵੀ ਉੱਥੇ ਅੱਜ ਸ਼ੁਰੂਆਤ ਕਰ ਦਿੱਤੀ ਮਹਾਂਪੁਰਸ਼ਾਂ ਨੇ। ਮਹੰਤ ਬਾਬਾ ਪਰਮਾਨੰਦ ਜੀ ਜੰਡਿਆਲਾ ਗੁਰੂ, ਬਾਬਾ ਨਿਹਾਲ ਸਿੰਘ ਜੀ ਮਹਾਰਾਜ ਹਰੀਆਂ ਬੇਲਾਂ ਵਾਲੇ, ਤਰਨਾ ਦਲ ਵਾਲੇ, ਉਹਨਾਂ ਨੇ ਆ ਕੇ ਮੇਰੇ 'ਤੇ, ਬਾਕੀ ਸਾਰੇ ਸੰਤ ਸਮਾਜ ਨੇ ਮੇਰੇ 'ਤੇ ਆ ਕੇ ਇੰਨੀ ਕਿਰਪਾ ਕੀਤੀ, ਮੈਨੂੰ ਆਸ਼ੀਰਵਾਦ ਦਿੱਤਾ
ਤੇ ਧੂਣੇ ਦਾ ਮਹੂਰਤ ਵੀ ਅੱਜ ਹੋਇਆ, ਜੋ ਅਖੰਡ ਧੂਣਾ ਲਗਾਤਾਰ ਚੱਲਦਾ ਰਹੇਗਾ। ਸਾਡੇ ਪਰੰਪਰਾ ਜਾਂ ਉਦਾਸੀ ਸੰਪਰਦਾ ਦੇ ਵਿੱਚ ਇਹ ਮਕਾਨ ਧੂਣੇ ਦਾ ਧੂਣਾ ਅਖੰਡ ਚੱਲਦਾ ਰਹਿਣਾ ਚਾਹੀਦਾ ਸੀ, ਲੇਕਿਨ ਕੁਝ ਪਤਾ ਨਹੀਂ ਕਿਆ ਗਲਤੀਆਂ ਹੋ ਗਈਆਂ, ਕੀ ਹੋ ਗਿਆ, ਅਸੀਂ ਇਹ ਪੂਰਾ ਨਹੀਂ ਕਰ ਸਕੇ। ਲੇਕਿਨ ਅੱਜ ਤੋਂ ਇਹ ਵੀ ਵਿਸ਼ਵਾਸ ਦਿਲਾਉਂਦੇ ਹਾਂ ਕਿ ਅਖੰਡ ਧੂਣਾ ਚੱਲਦਾ ਰਹੇਗਾ। ਸਭ ਤੋਂ ਵੱਡੀ ਇੱਕ ਚੀਜ਼ ਇਹ ਸੀਗੀ ਸਰੋਵਰ ਦੀ। ਸਰੋਵਰ ਬਹੁਤ ਪੁਰਾਣਾ, ਛੋਟੀਆਂ ਇੱਟਾਂ ਦਾ, ਨਾਨਕਸ਼ਾਹੀ ਇੱਟ ਜਿਹਨੂੰ ਕਹਿੰਦੇ ਆ, ਉਹਦਾ ਬਣਿਆ ਸੀ। ਇਹਦਾ ਇਤਿਹਾਸ ਵੀ ਬਹੁਤ ਪੁਰਾਣਾ ਇਤਿਹਾਸ ਆ। ਮਹਾਪੁਰਸ਼ ਬਾਬਾ ਚਰਨ ਸ਼ਾਹ ਜੀ ਦਰਬਾਰ ਲਾ ਕੇ ਇੱਥੇ ਬੈਠੇ ਸੀ ਡੇਰੇ ਦੇ ਵਿੱਚ। ਕੁਛ ਸ਼ਹਿਰ ਦੇ ਸ਼ਰਧਾਲੂ ਜਿਹੜੇ ਬਹੁਤ ਬਜ਼ੁਰਗ ਸੀ, ਵਿਸਾਖੀ ਤੋਂ ਇੱਕ ਦਿਨ ਪਹਿਲਾਂ ਇੱਥੇ ਆ ਕੇ ਬੈਠੇ ਸੀ। ਸਾਰੇ ਸਤਸੰਗ ਹੁੰਦਾ ਸੀ ਡੇਰੇ ਦੇ ਵਿੱਚ, ਬਹੁਤ ਵੱਡਾ ਮਹਾਪੁਰਸ਼ਾਂ ਦਾ ਆਸ਼ੀਰਵਾਦ ਦਿੰਦੇ ਸੀ, ਸਤਸੰਗ ਕਰਦੇ ਸੀਗੇ। ਉਸੇ ਟਾਈਮ ਸਤਸੰਗ ਕਰਦਿਆਂ ਤੇ ਮਹਾਪੁਰਸ਼ ਹਰਿਦੁਆਰ ਤੋਂ ਅਸਥਾਨ ਤੇ ਆਏ। ਉਹਨਾਂ ਨੇ ਬੇਨਤੀ ਕੀਤੀ, ਸਾਰੇ ਜਦੋਂ ਪਹਿਲਾਂ ਕਹਿੰਦੇ ਜਦੋਂ ਕੋਈ ਹਰਿਦੁਆਰ ਵਗੈਰਾ ਇਸ਼ਨਾਨ ਕਰਨ ਜਾਂਦੇ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਾਂਦੇ ਸੀਗੇ। ਫਿਰ ਰਸਤੇ 'ਚ ਜੋ ਭਿਅੰਕਰ ਜੰਗਲ ਸੀਗੇ, ਆਉਣ ਜਾਣ ਦਾ ਸਾਧਨ ਕੋਈ ਨਹੀਂ ਸੀ, ਪਤਾ ਨਹੀਂ ਕੋਈ ਵਾਪਸ ਆਉਣਾ ਕਿ ਨਹੀਂ ਆਉਣਾ। ਸੰਤ ਮਹਾਪੁਰਸ਼ ਜਿਸ ਟਾਈਮ ਵਾਪਸ ਆਏ, ਬੜੀ ਖੁਸ਼ੀ ਮਨਾਈ। ਸਾਰਿਆਂ ਨੇ ਸੰਗਤ ਦੇ ਵਿੱਚ ਬੈਠੇ ਬਾਬਾ ਜੀ ਨੇ ਕਿਹਾ, ਬਹੁਤ ਬਹੁਤ ਧੰਨਵਾਦ ਤੁਸੀਂ ਆਏ, ਤੇ ਬਾਬਾ ਜੀ ਦੱਸੋ ਇਸ਼ਨਾਨ ਕਿੱਦਾਂ ਦਾ ਹੋਇਆ। ਪਹਿਲੇ ਸੰਤਾਂ ਮਹਾਪੁਰਸ਼ਾਂ ਦੀ ਪਰੰਪਰਾ ਹੁੰਦੀ ਸੀ, ਆਪਣਾ ਭੋਜਨ ਜਿਹੜਾ ਆਪ ਹੀ ਬਣਾਉਂਦੇ ਸੀ, ਆਪਣੇ ਬਰਤਨਾਂ 'ਚ ਹੀ ਬਣਾਉਂਦੇ ਸੀ। ਉਸ ਟਾਈਮ ਗੰਗਾ ਜੀ ਦਾ ਪੱਕਾ ਘਾਟ ਨਹੀਂ ਹੁੰਦਾ ਸੀਗਾ, ਕੱਚੇ ਹੀ ਘਾਟ ਸੀਗੇ। ਉਸ ਟਾਈਮ ਮਹਾਪੁਰਸ਼ ਜਦੋਂ ਕਹਿੰਦੇ ਬਰਸਾਤ ਦਾ ਟਾਈਮ ਸੀ, ਉੱਥੇ ਆਪਣਾ ਭੋਜਨ ਬਣਾਉਣ ਲੱਗੇ, ਪਿੱਛੋਂ ਬਰਸਾਤ ਦੇ ਗੰਗਾ ਜੀ ਦੀ ਛਾਲ ਆਈ ਤੇ ਬਰਤਨ ਵੀ ਉਹ ਨਾਲ ਰੋੜ ਕੇ ਲੈ ਗਈ। ਫਿਰ ਕੱਚੇ ਬਰਤਨਾਂ ਦੇ ਵਿੱਚ ਬਰਤਨ ਬਣਾ ਕੇ ਸਭ ਕੁਝ ਆਇਆ। ਤਾਂ ਉਹਨੇ ਮਹਾਪੁਰਸ਼ਾਂ ਨੇ ਇੱਥੇ ਬੇਨਤੀ ਕੀਤੀ, ਬਾਬਾ ਜੀ ਗੰਗਾ ਜੀ ਤੇ ਗਏ ਸੀਗੇ, ਲੇਕਿਨ ਸਾਡੇ ਜਿੰਨੇ ਵੀ ਵਸਤਰ ਸੀਗੇ ਆਪਣੇ ਬਣਾਉਣ ਵਾਲੇ ਭੋਜਨ, ਉਹ ਸਾਰੇ ਗੰਗਾ ਜੀ ਵਿੱਚ ਬਹਿ ਗਏ। ਮਹਾਪੁਰਸ਼ਾਂ ਨੇ ਉੱਥੇ ਵਰਦਾਨ ਦਿੱਤਾ, ਨਹੀਂ ਬਾਬਾ ਜੀ, ਉਹ ਜਿਹੜੇ ਤੁਹਾਡੇ ਬਰਤਨ ਸੀ ਉਹ ਬਹਿ ਨਹੀਂ, ਉਹ ਜਾ ਕੇ ਦੇਖੋ ਉੱਥੇ ਬੌਲੀ ਦੇ ਵਿੱਚ ਚੱਲਦੇ ਆ। ਗੰਗਾ ਜੀ ਇੱਥੇ ਆਏ ਹੋਏ ਆ ਤੁਹਾਡੇ ਬਰਤਨ ਲੈ ਕੇ। ਕਹਿੰਦੇ ਪੂਰੀ ਸੰਗਤ ਸਾਰੀ ਉੱਠ ਕੇ ਮਹਾਪੁਰਸ਼ਾਂ ਦੇ ਨਾਲ ਜਦੋਂ ਉੱਥੇ ਗਈ ਤਾਂ ਉਹੀ ਬਰਤਨ ਉਹਨਾਂ ਦੇ ਉੱਥੇ ਤਰਦੇ ਸੀਗੇ। ਤਾਂ ਬਰਤਨ ਲਏ ਤਾਂ ਉੱਥੇ ਮਹਾਪੁਰਸ਼ਾਂ ਨੇ ਆਸ਼ੀਰਵਾਦ ਦਿੱਤਾ, ਵਰਦਾਨ ਦਿੱਤਾ, ਜੋ ਵੀ ਪਾਈ ਭਈ ਇਹ ਗੰਗਾ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਉਹਨੂੰ ਗੰਗਾ ਜੀ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਏਗਾ। ਉਸੇ ਟਾਈਮ ਤੋਂ ਹੀ ਵਿਸਾਖੀ ਵਾਲੇ ਦਿਨ ਜਾਂ ਹਰ ਸਾਲ ਜਿੱਥੇ ਵੀ ਮਰਜੀ, ਜਦੋਂ ਵੀ ਮਰਜੀ ਸਰੋਵਰ ਦੇ ਵਿੱਚ ਲੋਕ ਜਾ ਕੇ ਇਸ਼ਨਾਨ ਕਰਦੇ ਆ, ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਆ। ਮਹਾਪੁਰਸ਼ਾਂ ਦੀਆਂ ਸਮਾਧੀਆਂ, ਪ੍ਰਾਚੀਨ ਸਮਾਧੀਆਂ ਆ। ਇੱਕ ਚੀਜ਼ ਬਹੁਤ ਚੀਜ਼ ਹੋਰ ਹੈਗੀ, ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਬਾਬਾ ਗੁਰਦਿੱਤਾ ਜੀ ਹੋਏ। ਬਾਬਾ ਗੁਰਦਿੱਤਾ ਜੀ ਨੇ 4 ਧੂਣੇ ਬਣਾਏ, ਜਿਨ੍ਹਾਂ ਦੇ ਵਿੱਚ ਬਾਬਾ ਫੂਲ ਸ਼ਾਹ ਜੀ ਹੋਏ। ਬਾਬਾ ਫੂਲ ਸ਼ਾਹ ਜੀ ਨੇ ਸਭ ਤੋਂ ਪਹਿਲਾਂ ਜੰਗਲ 'ਚ ਤਪੱਸਿਆ ਕੀਤੀ, ਉਹਨਾਂ ਦਾ ਧੂਣਾ ਵੀ ਜੰਗਲ ਦੇ ਵਿੱਚ ਹੈ। ਉਹ ਵੀ ਬਹੁਤ ਵਧੀਆ ਤਰੀਕੇ ਨਾਲ ਹੁਣ ਬਣ ਗਿਆ, ਸਭ ਕੁਝ ਹੋ ਗਿਆ। ਤੇ ਮੈਂ ਇਸੇ ਕਰਕੇ ਹੁਣ ਸਾਰਾ ਹੀ ਸਰੋਵਰ ਸਾਹਿਬ ਬਹੁਤ ਵਧੀਆ ਬਣ ਗਿਆ। ਤੁਸੀਂ ਉੱਥੋਂ ਆਏ ਆ, ਦੇਖ ਲਿਆ, ਮਹਾਪੁਰਸ਼ਾਂ ਨੇ ਉਦਘਾਟਨ ਕੀਤਾ, ਸਾਰੇ ਸੰਤ ਸਮਾਜ ਨੇ। ਤੇ ਮਹੰਤ ਬਾਬਾ ਪਰਮਾਨੰਦ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂ, ਜਿਨ੍ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਰਾਤ ਹੀ ਕੱਲ੍ਹ ਇੱਥੇ ਆਏ, ਮੇਰੇ ਕੋਲ ਮੈਨੂੰ ਆਸ਼ੀਰਵਾਦ ਦਿੱਤਾ। ਤੇ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਰਾਜ, ਸੰਤ ਬਾਬਾ ਮਾਧੋ ਦਾਸ ਜੀ ਘਾਟੀ ਵਾਲੇ, ਉਹ ਵੀ ਆਏ। ਮਹੰਤ ਬਾਬਾ ਆਪਣੇ ਲਛਮਣ ਦਾਸ ਜੀ ਬੁੱਢਾਵੜ ਤੋਂ, ਸਾਰੇ ਮਹਾਪੁਰਸ਼ਾਂ ਨੇ ਆ ਕੇ, ਮਹੰਤ ਗੁਰਦੇਵ ਮੁਨੀ ਜੀ ਆਪਣੇ ਅੰਮ੍ਰਿਤਸਰ ਤੋਂ, ਉਹ ਸਾਰੇ ਮਹਾਪੁਰਸ਼ ਆਏ। ਬਾਕੀ ਵੀ ਮਹਾਪੁਰਸ਼ਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆ ਕੇ ਸਾਨੂੰ ਆਸ਼ੀਰਵਾਦ ਦਿੱਤਾ। ਤੇ ਜਿੰਨੇ ਵੀ ਗੰਗਾ ਜੀ ਤੋਂ ਹਰਿਮੰਦਰ ਸਾਹਿਬ ਦਾ ਜਲ, ਬੌਲੀ ਸਾਹਿਬ ਦਾ ਜਲ, ਜਿੰਨੇ ਵੀ ਤਰਵੈਣੀ ਦਾ ਜਲ, ਸਾਰੇ ਲਿਆ ਕੇ ਮਹਾਪੁਰਸ਼ਾਂ ਨੇ ਆਪ ਸਰੋਵਰ ਦੇ ਵਿੱਚ ਅਰਪਣ ਕੀਤਾ। ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਗੇ ਬਹੁਤ ਲੋਕਾਂ ਨੂੰ ਇੱਕ ਥੋੜ੍ਹਾ ਭੁਲੇਖਾ ਹੈਗਾ ਵੀ ਵਿਸਾਖੀ 13 ਤਰੀਕ ਦੀ, ਲੇਕਿਨ ਇਸ ਵਾਰ ਵਿਸਾਖੀ 13 ਤਰੀਕ ਦੀ ਨਹੀਂ, 14 ਤਰੀਕ ਦੀ ਵਿਸਾਖੀ ਆ। ਮੈਂ ਸਾਰਿਆਂ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ। ਉੱਥੇ ਬੀਬੀਆਂ ਵਾਸਤੇ ਸਪੈਸ਼ਲ, ਜਿੱਦਾਂ ਆਮ ਸਰੋਵਰਾਂ ਵਿੱਚ ਪੌਣਾ ਹੁੰਦਾ, ਬੀਬੀਆਂ ਵਾਸਤੇ ਪਹਿਲਾਂ ਬੀਬੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਇਸ਼ਨਾਨ ਕਰਨ ਦੀ, ਉਹ ਵੀ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਵਧੀਆ ਉਹਨਾਂ ਦੀ ਜਗ੍ਹਾ ਉੱਥੇ ਬਣਾਤੀ, ਪੌਣਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ। ਉਹ ਤੋਂ ਬਾਅਦ ਆਪ ਦੇ ਇੱਥੇ ਦਰਬਾਰ ਦੇ ਵਿੱਚ ਆ ਕੇ ਮੱਥਾ ਟੇਕਣ, ਆਪਣੇ ਮਨੋਕਾਮਨਾ ਪੂਰੀਆਂ ਕਰਨ। ਤਾਂ ਮੈਂ ਸਾਰਿਆਂ ਨੂੰ ਬਹੁਤ ਹੀ ਬਹੁਤ ਵਿਸਾਖੀ ਦੀਆਂ ਸ਼ੁਭ ਮੁਬਾਰਕਬਾਦ ਦਿੰਦਾ।